हाँ जी प्यारे विद्यार्थियों, ਅੱਜ ਆਪਾਂ ਜਿਸ ਵਿਸ਼ੇ 'ਤੇ ਗੱਲ ਕਰਾਂਗੇ ਉਹ ਹੈ ਪੰਜਾਬੀ ਲੋਕਾਂ ਦੀਆਂ ਰਹੁ ਰੀਤਾਂ, ਵਿਸ਼ਵਾਸ ਅਤੇ ਭਰਮ। ਤੁਹਾਡੀ ਪਾਠ ਪੁਸਤਕ ਲੋਕਧਾਰਾ ਦੀ ਭੂਮਿਕਾ ਦਾ ਚੌਥਾ ਚੈਪਟਰ ਅੱਜ ਆਪਾਂ ਇਸ ਵੀਡੀਓ ਲੈਕਚਰ ਦੇ ਵਿੱਚ ਸਾਂਝਾ ਕਰਾਂਗੇ। ਡਾਕਟਰ ਕਰਨਜੀਤ ਦਾ ਲਿਖਿਆ ਹੋਇਆ ਇਹ ਆਰਟੀਕਲ ਹੈ ਪੰਜਾਬੀ ਲੋਕਾਂ ਦੀਆਂ ਰਹੁ ਰੀਤਾਂ, ਵਿਸ਼ਵਾਸ ਅਤੇ ਭਰਮ। ਇਸ ਨਿਬੰਧ ਦਾ ਜਿਹੜਾ ਵਿਸ਼ਾ ਹੈ ਉਹ ਰਹੁ ਰੀਤਾਂ, ਵਿਸ਼ਵਾਸ ਤੇ ਭਰਮ ਜਿਹੜੇ ਹੈ ਉਹਨਾਂ ਦੇ ਅਰਥ ਸਮਝਾਉਣ ਦੀ ਜਿਹੜੀ ਹੈ, ਜਾਂ ਉਹਨਾਂ ਦੀ ਪੰਜਾਬੀ ਜਨਜੀਵਨ ਦੇ ਵਿੱਚ ਕੀ ਮਹੱਤਤਾ ਹੈਗੀ ਹੈ ਇਹਨਾਂ ਰਹੁ ਰੀਤਾਂ ਦੀ, ਵਿਸ਼ਵਾਸਾਂ ਦੀ, ਭਰਮਾਂ ਦੀ, ਉਹਦੇ ਬਾਰੇ ਗੱਲ ਆਪਾਂ ਇਸ ਚੈਪਟਰ ਦੇ ਵਿੱਚ ਕਰ ਰਹੇ ਹਾਂ। ਡਾਕਟਰ ਕਰਨਜੀਤ ਕਹਿੰਦਾ ਹੈ ਕਿ ਰਹੁ ਰੀਤਾਂ ਸ਼ਬਦ ਦਾ ਅਰਥ ਕਿਸੇ ਸ਼ੁਭ ਸਮੇਂ ਇੱਕ ਰਸਮੀ ਕਾਰਜ ਵਿਧੀ ਨਾਲ ਕੀਤਾ ਅਮਲ ਹੁੰਦਾ ਹੈ। ਰਹੁ ਰੀਤਾਂ ਸਥਾਪਿਤ ਪਰੰਪਰਾਗਤ ਨਿਯਮਾਂ ਉੱਤੇ ਆਧਾਰਿਤ ਇੱਕ ਖਾਸ ਪ੍ਰਕਾਰ ਦਾ ਲੋਕ ਵਿਹਾਰ ਹੈ। ਇਹ ਕਿਸੇ ਜਾਤੀ ਜਾਂ ਭਾਈਚਾਰੇ 'ਚ ਪਾਵਨ ਕਰਮ ਕਰਨ ਲਈ ਉਚਿਤ ਨੇਮ ਪ੍ਰਦਾਨ ਕਰਦੀਆਂ ਤੇ ਲੌਕਿਕਤਾ ਦੇ ਸੰਸਾਰ ਵਿੱਚ ਪ੍ਰਵੇਸ਼ ਕਰਨ ਲਈ ਇੱਕ ਪੁਲ ਦਾ ਕੰਮ ਕਰਦੀਆਂ। ਰਹੁ ਰੀਤਾਂ ਦੇ ਜਿਹੜਾ ਇਹਨਾਂ ਦਾ ਮੂਲ ਹੈ ਜਾਂ ਇਹਨਾਂ ਦੀ ਜਿਹੜੀ ਪ੍ਰਕਿਰਤੀ ਹੈ, ਇਹਦੇ ਬਾਰੇ ਲੋਕਾਂ ਦੇ ਭਿੰਨ ਵਿਚਾਰ ਹੈਗੇ ਆ, ਭਿੰਨ ਮਤ ਹੈਗੇ ਆ। ਤਾਂ ਡਾਕਟਰ ਵਣਜਾਰਾ ਬੇਦੀ ਕਹਿੰਦਾ ਹੈ ਕਿ ਸੰਸਕਾਰ ਅਤੇ ਰੀਤਾਂ ਸੁਭਾਅ ਦੇ ਵਿੱਚ ਸਮਰੂਪ ਹੁੰਦੀਆਂ, ਪਰ ਭਾਵਨਾ ਦੇ ਵਿੱਚ ਇਹ ਵੱਖ-ਵੱਖ ਹੁੰਦੀਆਂ। ਸੰਸਕਾਰ ਧਰਮ ਚਿੰਤਨ ਦਾ ਪ੍ਰਵਾਹ ਹੈ, ਪਰੰਤੂ ਰੀਤਾਂ ਜਿਹੜੀਆਂ ਉਹ ਟੂਣਾ ਚਿੰਤਨ ਦਾ। ਸੋ ਡਾਕਟਰ ਵਣਜਾਰਾ ਬੇਦੀ ਅਨੁਸਾਰ ਰਹੁ ਰੀਤਾਂ ਅਨੁਸ਼ਠਾਨ ਦਾ ਹੀ ਸਮਾਨਾਰਥੀ ਹੈਗੀਆਂ। ਅਨੁਸ਼ਠਾਨਾਂ ਨਾਲ ਜੇਕਰ ਲੌਕਿਕ ਭਾਵਨਾ ਜੁੜੀ ਹੋਵੇ ਤਾਂ ਇਹ ਸਮਾਜਿਕ ਜੀਵਨ ਦਾ ਅੰਗ ਹੁੰਦੇ ਹੈ, ਪਰੰਤੂ ਜੇਕਰ ਧਾਰਮਿਕ ਭਾਵਨਾ ਜੁੜੀ ਹੋਵੇ ਤਾਂ ਇਹ ਧਰਮ ਦਾ ਅੰਗ ਹੁੰਦੇ ਹੈ। ਇਸ ਤਰ੍ਹਾਂ ਕੁਝ ਰਹੁ ਰੀਤਾਂ ਦਾ ਮਹੱਤਵ ਸਮਾਜਿਕ ਹੈ ਤੇ ਕੁਝ ਦਾ ਧਾਰਮਿਕ, ਪਰ ਅਮਲੀ ਰੂਪ ਦੇ ਵਿੱਚ ਲੋਕ ਧਰਮ ਨੂੰ ਸਮਾਜਿਕ ਜੀਵਨ ਤੋਂ ਵੱਖ ਕਰਨਾ ਬਹੁਤ ਔਖਾ ਹੈ। ਅਸੀਂ ਗੱਲ ਕਰਦੇ ਹਾਂ ਕੁਝ ਜਨਮ ਸੰਬੰਧੀ ਰੀਤਾਂ ਦੀ, ਤੇ ਜਨਮ ਸੰਬੰਧੀ ਰੀਤਾਂ ਦਾ ਆਰੰਭ ਜਿਹੜਾ ਹੈ ਉਹ ਗਰਭ ਅਵਸਥਾ ਤੋਂ ਸ਼ੁਰੂ ਹੋ ਜਾਂਦਾ ਹੈ। ਜਦੋਂ ਅਜੇ ਪਤਾ ਵੀ ਨਹੀਂ ਹੁੰਦਾ ਕਿ ਜਨਮ ਲੈਣ ਵਾਲਾ ਲੜਕਾ ਹੈ ਜਾਂ ਲੜਕੀ ਹੈ, ਤਾਂ ਪੁੱਤਰ ਜੰਮਣ 'ਤੇ ਬਹੁਤ ਸਾਰੀਆਂ ਰੀਤਾਂ ਹੁੰਦੀਆਂ, ਪਰ ਲੜਕੀ ਜੰਮਣ 'ਤੇ ਘਰ ਵਾਲੇ ਜਿਹੜੇ ਆ ਉਹ ਠਿਕਰੀ ਪਾਉਂਦੇ ਵੀ ਦੇਖੇ ਜਾ ਸਕਦੇ ਆ, ਜਿਵੇਂ ਉਹਨਾਂ ਦੇ ਸਿਰ ਦੇ ਉੱਤੇ ਕੋਈ ਮੁਸੀਬਤ ਜਿਹੜੀ ਆ ਉਹ ਆਣ ਪਈ ਹੋਵੇ। ਤੇ ਪੁੱਤਰ ਦੇ ਜਨਮ ਨਾਲ ਸੰਬੰਧਿਤ ਰੀਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਇਸਤਰੀ ਨੂੰ ਉਦੋਂ ਹੀ ਆਦਰ ਮਾਣ ਵਾਲੀ ਥਾਂ ਮਿਲਦੀ ਹੈ ਜਦੋਂ ਉਹ ਪੁੱਤਰ ਨੂੰ ਜਨਮ ਦਿੰਦੀ ਹੈ। ਤਾਂ ਇਹ ਸਾਡੇ ਜਿਹੜੀ ਸੰਸਕ੍ਰਿਤੀ ਦੀ ਇੱਕ ਵਿਡੰਬਣਾ ਹੈ ਕਿ ਸ਼ੁਰੂ ਤੋਂ ਹੀ ਜਿਹੜੀ ਹੈ ਉਹ ਪੁੱਤਰ ਪ੍ਰਾਪਤੀ ਦੀ ਜਿਹੜੀ ਹੈ ਮਹੱਤਤਾ ਉਹ ਬਣੀ ਹੋਈ ਹੈ। ਉਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਆ, ਲੇਕਿਨ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਤਾਂ ਇਹਨਾਂ ਰਹੁ ਰੀਤਾਂ ਦੇ ਵਿੱਚ ਵੀ ਅੰਤਰ ਜਿਹੜਾ ਆਉਣਾ ਸ਼ੁਰੂ ਹੋ ਗਿਆ। ਹੁਣ ਲੋਕ ਕੁੜੀ ਦੇ ਪੈਦਾ ਹੋਣ 'ਤੇ ਵੀ ਲੋਹੜੀਆਂ ਮਨਾਉਂਦੇ ਆ, ਕੁੜੀ ਦੇ ਪੈਦਾ ਹੋਣ 'ਤੇ ਵੀ ਦਾਨ ਦਕਸ਼ਨਾ ਲੋਕਾਂ ਨੂੰ ਦਿੰਦੇ ਆ। ਤਾਂ ਜਿਵੇਂ ਜਿਵੇਂ ਜ਼ਮਾਨੇ ਨੇ ਤਰੱਕੀ ਕੀਤੀ ਹੈ, ਜਾਂ ਇਹ ਕਹਿ ਲਓ ਕਿ ਲੜਕੀਆਂ ਨੇ ਜਿਵੇਂ ਜਿਵੇਂ ਤਰੱਕੀ ਕੀਤੀ ਹੈ, ਜਾਂ ਲੜਕੀਆਂ ਨੇ ਪੜ੍ਹ ਲਿਖ ਕੇ ਜਿਸ ਤਰ੍ਹਾਂ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ ਹੈ, ਉਹ ਸਾਰੀਆਂ ਗੱਲਾਂ ਕਰਕੇ ਹੁਣ ਜਿਹੜੀਆਂ ਲੜਕੀਆਂ ਦੀ ਜਿਹੜੀ ਇੱਜ਼ਤ ਹੈ, ਇਸਤਰੀ ਦੀ ਜਿਹੜੀ ਇੱਜ਼ਤ ਹੈ ਉਹ ਪਹਿਲਾਂ ਵਾਲੀ ਨਹੀਂ ਰਹੀ। ਹੁਣ ਉਸ ਇੱਜ਼ਤ ਦੇ ਵਿੱਚ ਇਜ਼ਾਫਾ ਹੋਇਆ। ਬੇਸ਼ੱਕ ਪੂਰਨ ਰੂਪ 'ਚ ਇਜ਼ਾਫਾ ਅਸੀਂ ਨਹੀਂ ਕਹਿ ਸਕਦੇ, ਲੇਕਿਨ ਅੰਸ਼ਕ ਰੂਪ 'ਚ ਜਾਂ ਬਹੁਤ ਹਾਂ ਪੱਖੀ ਰੂਪ ਦੇ ਵਿੱਚ ਇਜ਼ਾਫਾ ਅਸੀਂ ਮਹਿਸੂਸ ਕਰ ਸਕਦੇ ਹਾਂ। ਅੱਗੇ ਵਿਆਹ ਸੰਬੰਧੀ ਰੀਤਾਂ, ਤੇ ਪਹਿਲਾਂ ਜੰਮਣ ਸੰਬੰਧੀ ਹੋ ਗਈਆਂ, ਤੇ ਫਿਰ ਉਸ ਤੋਂ ਬਾਅਦ ਜਵਾਨ ਹੁੰਦਾ, ਫਿਰ ਵਿਆਹ ਦੀਆਂ ਰੀਤਾਂ ਜਿਹੜੀਆਂ ਚੱਲ ਪੈਂਦੀਆਂ। ਤੇ ਸਭ ਤੋਂ ਵੱਧ ਰੀਤਾਂ ਜਿਹੜੀਆਂ ਉਹ ਵਿਆਹ ਸਮੇਂ ਕੀਤੀਆਂ ਜਾਂਦੀਆਂ, ਜਿਨ੍ਹਾਂ ਨਾਲ ਵਿਆਹ ਇੱਕ ਦਿਲਚਸਪ ਲੀਲਾ ਜਿਹੜੀ ਹੈ ਉਹ ਬਣ ਜਾਂਦਾ। ਤਾਂ ਵਿਆਹ ਨਾਲ ਸੰਬੰਧਿਤ ਰੀਤਾਂ ਬਹੁਤ ਕਰਕੇ ਜੋੜੀ ਦੀ ਜਿਹੜੀ ਚਰਨਜੀਵਤਾ, ਉਹਦੀ ਸਦੀਵੀ ਖੁਸ਼ੀ, ਵੰਸ਼ ਪਰੰਪਰਾ ਨੂੰ ਅੱਗੇ ਤੁਰਦੀ ਰੱਖਣ ਤੇ ਚੰਦਰੀਆਂ ਰੂਹਾਂ ਤੋਂ ਰੱਖਿਆ ਕਰਨ ਦੀ ਭਾਵਨਾ ਨਾਲ ਉਹ ਕੀਤੀਆਂ ਜਾਂਦੀਆਂ। ਵਿਆਹ ਦੇ ਮਾਮਲੇ 'ਚ ਮੁੰਡੇ ਕੁੜੀ ਦਾ ਜਾਂ ਮਾਤਾ ਪਿਤਾ ਦਾ ਬਹੁਤਾ ਦਖਲ ਨਹੀਂ ਹੁੰਦਾ, ਸਗੋਂ
ਨਾਈ ਜਾਂ ਬ੍ਰਾਹਮਣ ਜਾਂ ਵਿਚੋਲਾ ਜਾਤ ਗੋਤ ਭੂਗੋਲਿਕ ਖੇਤਰ ਦੇ ਜੋੜ ਨੂੰ ਧਿਆਨ 'ਚ ਰੱਖ ਕੇ ਰਿਸ਼ਤਾ ਜਿਹੜਾ ਉਹ ਕਰਾਉਂਦੇ ਸੀਗੇ। ਅੱਜ ਕੱਲ੍ਹ ਪੜ੍ਹੇ ਲਿਖੇ ਅਤੇ ਸ਼ਹਿਰੀ ਘਰਾਂ 'ਚ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਨੂੰ ਇੱਕ ਦੂਜੇ ਦੀ ਝਲਕ ਦਿਖਾ ਦਿੰਦੇ ਆ। ਹੁਣ ਝਲਕ ਹੀ ਨਹੀਂ ਦਿਖਾ ਦਿੰਦੇ, ਹੁਣ ਤਾਂ ਇਹ ਫੈਸਲਾ ਹੀ ਜਿਹੜਾ ਹੈਗਾ ਉਹ ਮੁੰਡਾ ਕੁੜੀ ਆਪ ਲੈਣ ਲੱਗ ਪਏ ਆ। ਅਤੇ ਇਹਨਾਂ ਗੱਲਾਂ ਨੂੰ ਮਾਂ ਬਾਪ, ਖਾਸ ਤੌਰ 'ਤੇ ਜਿਹੜੇ ਪੜ੍ਹੇ ਲਿਖੇ ਮਾਂ ਬਾਪ ਹੈ, ਉਹਨਾਂ 'ਚੋਂ ਬਹੁਤੇ ਜਿਹੜੇ ਹੈ ਇਸ ਗੱਲ ਨੂੰ ਪ੍ਰਵਾਨ ਵੀ ਕਰਨ ਲੱਗ ਪਏ ਆ। ਅਤੇ ਵਿਆਹ ਦੀਆਂ ਰੀਤਾਂ ਦੇ ਵਿੱਚ 7 ਸੁਹਾਗਣਾਂ ਦਾ ਜਿਹੜਾ ਉਹ ਬੜਾ ਮਹੱਤਵ ਹੈ। ਵਿਆਹ ਦੇ ਦਿਨਾਂ 'ਚ ਆਟਾ ਅਤੇ ਮੈਦਾ ਪੀਣ, ਦਾਲ ਦਲਣ ਅਤੇ ਵੜੀਆਂ ਟੁੱਕਣ ਦੇ ਕੰਮ 7 ਸੁਹਾਗਣਾਂ ਮਿਲ ਕੇ ਕਰਦੀਆਂ। ਅੱਜ ਕੱਲ੍ਹ ਹਰ ਇੱਕ ਚੀਜ਼ ਜਿਹੜੀ ਆ ਉਹ ਤਿਆਰ ਮਿਲਣ ਲੱਗ ਪਈ ਹੈ, ਇਸ ਕਰਕੇ ਇਹ ਜਿਹੜੀਆਂ ਰੀਤਾਂ ਹੈ ਉਹ ਦਿਨ ਬ ਦਿਨ ਆਪਣਾ ਮਹੱਤਵ ਜਿਹੜਾ ਉਹ ਗੁਆਉਂਦੀਆਂ ਜਾ ਰਹੀਆਂ। ਵਿਆਹ ਸਮੇਂ ਕੁੜੀ ਨੂੰ ਤੋਰਨ ਦੀ ਝਾਕੀ ਬੜੀ ਦਰਦ ਭਰੀ ਹੁੰਦੀ ਹੈ। ਇਸ 'ਚ ਖੁਸ਼ੀ ਦਾ ਰੰਗ ਵੀ ਹੁੰਦਾ ਅਤੇ ਗਮੀ ਦਾ ਰੰਗ ਵੀ ਹੁੰਦਾ। ਇਸ ਮੌਕੇ ਗਾਏ ਜਾਂਦੇ ਜਿਹੜੇ ਪੰਜਾਬੀ ਲੋਕ ਗੀਤ ਹੈ ਉਹ ਪੰਜਾਬੀ ਸਾਹਿਤ ਦੇ ਵਿੱਚ ਬੜਾ ਵਡਮੁੱਲਾ ਸਥਾਨ ਜਿਹੜਾ ਰੱਖਦੇ ਹੈ। ਮਿਸਾਲ ਦੇ ਤੌਰ 'ਤੇ ਗਲੀਆਂ ਤਾਂ ਹੋਈਆਂ ਬਾਬਲ ਭੀੜੀਆਂ, ਮੈਨੂੰ ਅੰਗਣਾ ਹੋਇਆ ਪਰਦੇਸ ਵੇ, ਸਾਂਭ ਬਾਬਲ ਘਰ ਆਪਣਾ, ਤੀ ਚੱਲੀ ਬਗਾਨੇ ਦੇਸ। ਤਾਂ ਇਸ ਤਰ੍ਹਾਂ ਕੁੜੀ ਦੇ ਸਹੁਰੇ ਘਰ ਪਹੁੰਚਣ 'ਤੇ ਉਸ ਦੀ ਜਿਹੜੀ ਸੱਸ ਹੈ ਉਹ ਜੋੜੀ ਤੋਂ ਪਾਣੀ ਵਾਰ ਕੇ ਪੀਂਦੀ ਹੈ। ਇਸ ਰੀਤ ਦੇ ਪਿੱਛੇ ਵੀ ਇਹ ਵਿਸ਼ਵਾਸ ਹੈ ਕਿ ਸੱਸ ਅਤੇ ਸਹੁਰੇ ਘਰ ਦੀਆਂ ਸਭ ਔਰਤਾਂ ਨਵੀਂ ਵਹੁਟੀ ਦੀਆਂ ਸਾਰੀਆਂ ਬਲਾਵਾਂ ਨੂੰ ਦੂਰ ਰੱਖ ਕੇ ਉਸ ਦੀ ਖਾਤਰ ਦੁੱਖ ਝੱਲਣ ਲਈ ਜਿਹੜੀਆਂ ਉਹ ਤਿਆਰ ਹੁੰਦੀਆਂ। ਤਾਂ ਵਿਆਹ ਸਮੇਂ ਅੱਜ ਕੱਲ੍ਹ ਜਿਹੜਾ ਵਿਆਹ ਹੈਗਾ ਉਹ ਜਿਹੜੇ ਸਿੱਖ ਫੈਮਲੀਜ਼ ਦੇ ਵਿੱਚ ਜਿਹੜੇ ਵਿਆਹ ਹੁੰਦੇ ਉਹਦੇ 'ਚ ਆਨੰਦ ਕਾਰਜ ਹੁੰਦਾ। ਜਿਹੜੇ ਹਿੰਦੂ ਫੈਮਲੀਜ਼ 'ਚ ਵਿਆਹ ਹੁੰਦੇ ਉਹਨਾਂ 'ਚ ਫੇਰੇ ਹੁੰਦੇ ਆ। ਅਤੇ ਬਦਲਣ ਵਾਲੀ ਜਿਹੜੀ ਗੱਲ ਹੈਗੀ ਉਹ ਇਹ ਹੈਗੀ ਆ ਕਿ ਆਨੰਦ ਕਾਰਜ ਦੇ ਮੌਕੇ, ਜਿਵੇਂ ਪਹਿਲੇ ਸਮੇਂ ਦੇ ਵਿੱਚ ਭਰਪੂਰ ਇਕੱਠ, ਸਾਰਾ ਸ਼ਰੀਕਾ ਜਿਹੜਾ ਆਨੰਦ ਕਾਰਜ ਨੂੰ ਅਟੈਂਡ ਕਰਦਾ ਸੀ, ਉੱਥੇ ਬੈਠਦਾ ਸੀ, ਜਾਂ ਲਾਵਾਂ ਫੇਰੇ ਹੁੰਦੇ ਸੀ ਉਦੋਂ ਸਾਰਾ ਸ਼ਰੀਕਾ ਕਬੀਲਾ ਬੈਠਦਾ ਸੀ। ਤਾਂ ਉਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਖਤਮ ਹੁੰਦੀਆਂ ਨਜ਼ਰ ਆਉਂਦੀਆਂ ਕਿ ਹੁਣ ਗੁਰਦੁਆਰੇ ਦੇ ਵਿੱਚ ਜਾਂਦੇ ਨੇ ਲੋਕ, 5-7 ਬੰਦੇ ਉਹ ਆਨੰਦ ਕਾਰਜ ਕਰਦੇ ਨੇ। ਸ਼ਾਦੀ ਜਿਹੜੀ ਹੈ ਘਰਾਂ 'ਚ ਹੋਣ ਦੀ ਬਜਾਏ ਮੈਰਿਜ ਪੈਲਸਾਂ 'ਚ ਹੋਣ ਲੱਗ ਗਈ। ਤਾਂ ਜੇ ਅਸੀਂ ਇਹਦਾ ਤੁਲਨਾ ਕਰੀਏ ਪੁਰਾਣੀਆਂ ਰਹੁ ਰੀਤਾਂ ਦੇ ਨਾਲ, ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੰਨਫੀ ਹੋ ਗਈਆਂ, ਬਹੁਤ ਸਾਰੀਆਂ ਰਸਮਾਂ ਵੀ ਇਸ ਤਰ੍ਹਾਂ ਜਿਹੜੀਆਂ ਮੰਨਫੀ ਹੋ ਗਈਆਂ। ਇਵੇਂ ਮੱਠੜੀਆਂ ਚਬਾਉਣ ਦੀ ਰਸਮ ਹੁੰਦੀ ਸੀ, ਉਹ ਇੱਕ ਤਰ੍ਹਾਂ ਦੀ ਇੰਟਰੋਡਕਸ਼ਨ ਹੁੰਦੀ। ਪਹਿਲਾਂ ਤਾਂ ਮਿਲਣੀ ਹੁੰਦੀ ਨਾ, ਸਵੇਰੇ ਜਦੋਂ ਬਰਾਤ ਆਉਂਦੀ ਹੈ ਤਾਂ ਇੱਕ ਅਰਦਾਸ ਹੁੰਦੀ ਹੈ, ਹਮ ਕਰ ਸਾਜਣਾ, ਇਹਦੇ ਲੋਕ ਸ਼ਬਦ ਪੜ੍ਹਦੇ ਆ ਜਿਹੜੇ ਰਾਗੀ ਸਿੰਘ ਹੁੰਦੇ ਆ। ਫਿਰ ਮਿਲਣੀਆਂ ਹੁੰਦੀਆਂ। ਮਿਲਣੀਆਂ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਦੂਜੇ ਨਾਲ ਇੰਟਰੋਡਿਊਸ ਕਰਾਇਆ ਜਾ ਕੇ ਆਹ ਮੁੰਡੇ ਦਾ ਫਾਦਰ ਹੈ, ਕੁੜੀ ਦਾ ਫਾਦਰ ਹੈ, ਆਹ ਮੁੰਡੇ ਦਾ ਮਾਮਾ ਹੈ, ਕੁੜੀ ਦਾ ਮਾਮਾ ਹੈ। ਇਸ ਤਰ੍ਹਾਂ ਜਿਹੜੇ ਰਿਸ਼ਤੇਦਾਰ ਉਹਨਾਂ ਦੀ ਇੱਕ ਜਾਣ ਪਛਾਣ ਦਾ ਇੱਕ ਅਮਲ ਹੁੰਦਾ ਹੈ। ਪਰ ਇਸ ਅਮਲ ਨੂੰ ਅਸੀਂ ਮੋਟੇ ਤੋਹਫਿਆਂ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਰੱਖ ਲਿਆ। ਤਾਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਅਸੀਂ ਉਹ ਰਸਮਾਂ ਜਿਹੜੀਆਂ ਉਹ ਜ਼ਰੂਰ ਰੱਖੀਆਂ ਹੋਈਆਂ ਜਿਹਦੇ 'ਚ ਕੋਈ ਲੈਣ ਦੇਣ ਦਾ ਹਿਸਾਬ ਕਿਤਾਬ ਚੱਲਦਾ ਹੋਵੇ। ਤਾਂ ਮਿਲਣੀ ਵੇਲੇ ਅੰਗੂਠੀਆਂ ਪਾਉਣ ਦਾ ਰਿਵਾਜ ਵੀ ਚੱਲਦਾ। ਤਾਂ ਉਹਦੇ ਨਾਲ ਕਈ ਜਿਹੜੇ ਸਧਾਰਨ ਜਿਹੜੇ ਹੁੰਦੇ ਆ ਮਾਪੇ, ਉਹਨਾਂ ਲਈ ਬਹੁਤ ਸਾਰੀ ਸਮੱਸਿਆ ਜਿਹੜੀ ਹੈ ਉਹ ਵੀ ਖੜੀ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਹੁੰਦੀ ਹੈ। ਚਾਹ ਪਾਣੀ ਪੀਣ ਤੋਂ ਬਾਅਦ ਫਿਰ ਮੱਠੜੀਆਂ ਚਬਾਉਣ ਦੀ ਰਸਮ ਹੁੰਦੀ ਹੈ। ਮੱਠੜੀਆਂ ਚਬਾਉਣ ਦੀ ਜਿਹੜੀ ਰਸਮ ਹੈ ਉਹਦੇ ਵਿੱਚ ਕੀ ਹੈ ਕਿ ਇੰਟਰੋਡਕਸ਼ਨ ਹੁੰਦੀ ਹੈ ਉਸ ਲੜਕੀ ਦੇ ਪਰਿਵਾਰ ਦੀਆਂ ਔਰਤਾਂ ਦੀ ਲਾੜੇ ਦੇ ਨਾਲ, ਜਿੱਥੇ ਸਿੱਠਣੀਆਂ ਦੇਣ ਦਾ ਵੀ ਜਿਹੜਾ ਹੈਗਾ ਅਮਲ ਚੱਲਦਾ ਹੈਗਾ, ਛੰਦ ਸੁਣਾਉਣ ਦਾ ਅਮਲ ਵੀ ਚੱਲਦਾ। ਤਾਂ ਇਸ ਤਰ੍ਹਾਂ ਇਹ ਸਾਰੀਆਂ ਰਸਮਾਂ ਜਿਹੜੀਆਂ ਉਹ ਪੂਰੀਆਂ ਹੁੰਦੀਆਂ, ਜਿਨ੍ਹਾਂ ਬਾਰੇ ਕਾਫੀ ਕੁਝ ਤੁਸੀਂ ਜਾਣਦੇ ਹੋ। ਲੇਕਿਨ ਜੇ ਬਹੁਤ ਚੰਗੀ ਤਰ੍ਹਾਂ ਜਾਣਨਾ ਤਾਂ ਆਪਣੀਆਂ ਦਾਦੀਆਂ ਤੋਂ, ਆਪਣੀਆਂ ਨਾਨੀਆਂ ਤੋਂ ਇਹਨਾਂ ਬਾਰੇ ਤੁਸੀਂ ਸੁਣ ਸਕਦੇ ਹੋ, ਸਮਝ ਸਕਦੇ ਹੋ। ਵਿਆਹ ਤੋਂ ਪਹਿਲਾਂ ਲੰਮੀਆਂ ਹਿੱਕਾਂ ਵਾਲੇ ਗੀਤ ਵੀ ਗਾਏ ਜਾਂਦੇ ਹਫ਼ਤਾ 10 ਦਿਨ ਪਹਿਲਾਂ। ਅੱਜ ਕੱਲ੍ਹ ਲੇਡੀ ਸੰਗੀਤ ਚੱਲ ਪਿਆ, ਵਿਆਹ ਤੋਂ 2 ਦਿਨ ਪਹਿਲਾਂ ਉਹ ਰੱਖ ਲੈਂਦੇ ਆ। ਉਹ ਲੇਡੀ ਸੰਗੀਤ ਘੱਟ ਹੁੰਦਾ ਹੈ ਅਤੇ ਖਾਣ ਪੀਣ ਦਾ ਜਿਹੜਾ ਉੱਥੇ ਜਮਘਟ ਜਿਹੜਾ ਹੈ ਉਹ ਵੱਧ ਹੁੰਦਾ। ਅੱਗੇ ਆ ਜਾਂਦੀਆਂ ਜਿਹੜੀਆਂ ਮੌਤ ਦੀਆਂ ਰਸਮਾਂ। ਪਹਿਲਾਂ ਸੀ ਜਨਮ ਦੀਆਂ, ਫਿਰ ਵਿਆਹ ਸੰਬੰਧੀ ਰਸਮਾਂ, ਅਤੇ ਹੁਣ ਮੌਤ ਸੰਬੰਧੀ ਰਸਮਾਂ। ਮੌਤ ਦੀਆਂ ਰਸਮਾਂ ਦਾ ਜ਼ਿਕਰ ਕਰਦਿਆਂ ਲੇਖਕ ਕਹਿੰਦਾ ਹੈ ਕਿ ਬੰਦੇ ਦੀ ਮੌਤ ਤੋਂ ਝੱਟ ਹੀ ਪਹਿਲਾਂ ਅਤੇ ਪਿੱਛੋਂ ਰੀਤਾਂ ਅਤੇ ਸੰਸਕਾਰ ਕੀਤੇ ਜਾਂਦੇ ਹੈ, ਜਿਨ੍ਹਾਂ ਦਾ ਮਨੋਰਥ ਪ੍ਰਲੋਕ ਜਾ ਰਹੇ ਬੰਦੇ ਦੀ ਸਹਾਇਤਾ ਕਰਨਾ ਅਤੇ ਉਸ ਨੂੰ ਜਿਹੜੇ ਪੰਧ 'ਚ ਉਹਨੂੰ ਕੋਈ ਦੁਸ਼ਵਾਰੀਆਂ ਆਉਣੀਆਂ ਉਹਨਾਂ ਨੂੰ ਦੂਰ ਕਰਨਾ। ਇਹ ਰੀਤਾਂ ਬੱਚਿਆਂ ਲਈ ਹੋਰ ਹੁੰਦੀਆਂ, ਮਰਦਾਂ ਲਈ ਹੋਰ ਹੁੰਦੀਆਂ ਅਤੇ ਔਰਤਾਂ ਲਈ ਹੋਰ ਹੁੰਦੀਆਂ।
ਤੇ ਅੰਤਮ ਸਾਹਾਂ ਤੇ ਪੁੱਜੇ ਬੰਦੇ ਨੂੰ ਧਰਤੀ ਉੱਤੇ ਲਿਟਾ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮੰਜੀ ਉੱਤੇ ਪ੍ਰਾਣ ਤਿਆਗਣ ਵਾਲਾ ਪ੍ਰਾਣੀ ਭੂਤ ਪ੍ਰੇਤ ਦੀ ਜੂਨ ਪੈਂਦਾ ਹੈ। ਉਹਦੇ ਸਿਰਹਾਣੇ ਦੀਵਾ ਬਾਲ ਕੇ ਰੱਖ ਦਿੱਤਾ ਜਾਂਦਾ ਹੈ। ਅੱਜ ਕੱਲ੍ਹ ਇਹ ਚੀਜ਼ ਨਹੀਂ ਵੀ ਕੀਤੀ ਜਾਂਦੀ, ਮੰਜੇ 'ਤੇ ਵੀ ਪਿਆ ਰਹਿੰਦੀ ਹੈ ਡੈੱਡ ਬੋਡੀ। ਜਦੋਂ ਨਹਾਉਣਾ ਹੁੰਦਾ, ਉਹਨੂੰ ਇਸ਼ਨਾਨ ਕਰਾਉਣਾ ਹੁੰਦਾ, ਉਦੋਂ ਉਹਨੂੰ ਲਾਹ ਲਿਆ ਜਾਂਦਾ। ਅਤੇ ਗਊ ਮਨਸਾਉਣ ਜਾਂ ਹੋਰ ਪੁੰਨਦਾਨ ਕਰਨ ਦੀ ਰਸਮ ਵੀ ਕੀਤੀ ਜਾਂਦੀ ਹੈ, ਤਾਂ ਜੋ ਪਾਣੀ ਕਾਲਪਿਕ ਨਦੀ ਜਿਹੜੀ ਵੈਤਰਣੀ ਨੂੰ ਪਾਰ ਕਰ ਸਕੇ। ਇਹ ਵੀ ਇੱਕ ਖਾਣ ਪੀਣ ਦੇ ਢਕਵਾਂਜੇ ਵਜੋਂ ਕਈ ਰਸਮਾਂ ਜਿਹੜੀਆਂ ਬਣਾਈਆਂ ਹੋਈਆਂ ਸਮੇਂ ਸਮੇਂ 'ਤੇ ਪੰਡਤਾਂ ਨੇ, ਕਿ ਪੰਡਤ ਨੂੰ ਗਊ ਦਾਨ ਕੀਤੀ ਜਾਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ। ਅੱਜ ਕੱਲ੍ਹ ਲੋਕ ਇਹਨਾਂ ਚੀਜ਼ਾਂ ਨੂੰ ਛੱਡ ਵੀ ਰਹੇ ਆ। ਅਤੇ ਮ੍ਰਿਤਕ ਦਾ ਸਿਆਪਾ ਕਰਦੀਆਂ ਔਰਤਾਂ, ਵੈਣ ਪਾਉਂਦੀਆਂ, ਅਲਾਹਣੀਆਂ ਦਿੰਦੀਆਂ, ਉਹਨਾਂ ਦੀ ਅਗਵਾਈ ਇੱਕ ਨੈਣ ਕਰਦੀ ਹੈ। ਇਹ ਚੀਜ਼ਾਂ ਵੀ ਕਿਸੇ ਨਾ ਕਿਸੇ ਹੱਦ ਤੱਕ ਹੁਣ ਪਿੰਡਾਂ ਦੇ ਵਿੱਚ ਤਾਂ ਰਹਿ ਗਈਆਂ, ਲੇਕਿਨ ਜਿਹੜੇ ਲੋਕ ਸ਼ਹਿਰਾਂ 'ਚ ਵਸ ਗਏ, ਉੱਥੇ ਇਹ ਚੀਜ਼ਾਂ ਜਿਹੜੀਆਂ ਕਾਫੀ ਹੱਦ ਤੱਕ ਘਟ ਗਈਆਂ। ਅਤੇ ਅਰਥੀ ਤਿਆਰ ਕਰਨ ਮਗਰੋਂ ਮ੍ਰਿਤਕ ਦੀ ਦੇਹ ਸ਼ਮਸ਼ਾਨ ਘਾਟ ਜਾਂ ਕਬਰਸਤਾਨ 'ਚ ਲਿਜਾਈ ਜਾਂਦੀ ਹੈ। ਅਤੇ ਹਿੰਦੂਆਂ ਵਿੱਚ ਜਿਸ ਇਸਤਰੀ ਦਾ ਪਤੀ ਮਰਿਆ ਹੋਵੇ, ਉਹ ਸਾਰੇ ਗਹਿਣੇ ਉਤਾਰ ਦਿੰਦੀ ਹੈ ਅਤੇ ਵਾਲ ਖਿਲਾਰ ਲੈਂਦੀ ਹੈ। ਪਤੀ ਦੇ ਹੱਥਾਂ 'ਚ ਮਰਨ ਵਾਲੀ ਇਸਤਰੀ ਭਾਗਾਂ ਵਾਲੀ ਸਮਝੀ ਜਾਂਦੀ ਹੈ, ਕਿ ਉਹ ਸੁਹਾਗਣ ਮਰਦੀ ਹੈ। ਜੇਕਰ ਕੋਈ ਬਜ਼ੁਰਗ ਆਨੰਦਮਈ ਜੀਵਨ ਗੁਜ਼ਾਰ ਕੇ ਪੁੱਤਾਂ ਪੋਤਰਿਆਂ ਵਾਲਾ ਹੋ ਕੇ ਮਰਦਾ ਹੈ, ਤਾਂ ਉਹਨੂੰ ਵੱਡਾ ਕਰ ਲੈਂਦੇ ਹੈ। ਵੱਡਾ ਕਰਨ ਦੇ ਵਿੱਚ ਬਹੁਤ ਫਜ਼ੂਲ ਖਰਚੀ ਕੀਤੀ ਜਾਂਦੀ ਹੈ। ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾਏ ਜਾਂਦੇ ਆ, ਜਲੇਬੀਆਂ ਬਣਾਈਆਂ ਜਾਂਦੀਆਂ, ਮਠਿਆਈਆਂ ਬਣਾਈਆਂ ਜਾਂਦੀਆਂ। ਅਤੇ ਜਦੋਂ ਉਹਦਾ ਸੰਸਕਾਰ ਕਰਨਾ ਹੁੰਦਾ, ਉਦੋਂ ਵੀ ਅਰਥੀ ਜਿਹੜੀ ਆ ਉਹ ਸ਼ਿੰਗਾਰੀ ਜਾਂਦੀ ਹੈ। ਉਹਦੇ 'ਤੇ ਉਸ ਅਰਥੀ ਨੂੰ ਇੱਕ ਖਾਸ ਨਾਂ ਨਾਲ ਜਾਣਿਆ ਜਾਂਦਾ, ਬਬਾਣ ਕਹਿੰਦੇ ਇਹਨਾਂ ਨੂੰ, ਬਬਾਣ। ਸ਼ਮਸ਼ਾਨ ਘਾਟ 'ਚ ਉਹਦੀ ਦੇਹ ਨੂੰ ਰੱਖ ਕੇ ਉਸਨੂੰ ਲਾਂਬੂ ਲਾਉਣ ਦਾ ਕੰਮ ਉਸਦਾ ਵੱਡਾ ਪੁੱਤਰ ਜਾਂ ਕੋਈ ਭਰਾ ਕਰਦਾ ਹੈ। ਕੋਈ ਇਸਤਰੀ ਚਿਤਾ ਨੂੰ ਲਾਂਬੂ ਨਹੀਂ ਲਾਉਂਦੀ। ਪਰ ਅਜੋਕੇ ਦੌਰ ਦੇ ਵਿੱਚ ਜਿਨ੍ਹਾਂ ਦੇ ਕੋਈ ਪੁੱਤਰ ਨਹੀਂ ਹੁੰਦਾ, ਤਾਂ ਲੜਕੀਆਂ ਦੇ ਵਿੱਚ ਵੀ ਇਹ ਇਨਕਲਾਬ ਆਇਆ ਕਿ ਕਿਸੇ ਹੋਰ ਤੋਂ ਚਿਖਾ ਨੂੰ ਅਗਨੀ ਲਾਉਣ ਦੀ ਬਜਾਏ ਉਹ ਆਪਣੇ ਬਾਪ ਨੂੰ ਆਪ ਵੀ ਚਿਖਾ ਨੂੰ ਅਗਨੀ ਜਿਹੜੀ ਉਹਨਾਂ ਦੀਆਂ ਪੁੱਤਰੀਆਂ ਦਿੰਦੀਆਂ ਦੇਖੀਆਂ ਜਾ ਸਕਦੀਆਂ। ਉਹ ਰਿਵਾਜ਼ ਜਿਹੜਾ ਸ਼ੁਰੂ ਹੋ ਚੁੱਕਿਆ। ਅਤੇ ਦਾਹ ਸੰਸਕਾਰ ਤੋਂ ਤੀਜੇ ਜਾਂ ਚੌਥੇ ਦਿਨ ਫੁੱਲ ਚੁੱਕ ਕੇ ਚੌਥੇ ਦੀ ਰਸਮ ਅਦਾ ਕੀਤੀ ਜਾਂਦੀ ਹੈ। 10, 11 ਜਾਂ 13 ਦਿਨਾਂ ਮਗਰੋਂ ਕਿਰਿਆ ਕੀਤੀ ਜਾਂਦੀ ਹੈ ਜਾਂ ਭੋਗ ਪਾਇਆ ਜਾਂਦਾ ਹੈ। ਜੇਕਰ ਮ੍ਰਿਤਕ ਵਡੇਰਾ ਹੋਵੇ ਤਾਂ ਮਰਨ ਮਗਰੋਂ ਪਗੜੀ ਦੀ ਰਸਮ ਅਦਾ ਕੀਤੀ ਜਾਂਦੀ ਹੈ ਅਤੇ ਭਾਈਚਾਰੇ ਨੂੰ ਰੋਟੀ ਖਵਾਈ ਜਾਂਦੀ ਹੈ। ਮੁਸਲਮਾਨ ਮ੍ਰਿਤਕ ਨੂੰ ਦਫਨਾਉਂਦੇ ਆ ਅਤੇ ਉਹ 40 ਦਿਨ ਸੋਗ ਮਨਾ ਕੇ 40 ਦਾ ਰਸਮ ਜਿਹੜੀ ਆ ਉਹ ਕਰਦੇ ਆ। ਲੇਕਿਨ ਅਜੋਕੇ ਦੌਰ ਦੇ ਵਿੱਚ ਬਹੁਤਾ ਲੰਬਾ ਅਫਸੋਸ ਕਰਨ ਦੀ ਬਜਾਏ ਲੋਕ ਅਖੰਡ ਪਾਠ ਕਰਵਾ ਕੇ ਵੀ 3-4 ਦਿਨਾਂ ਦੇ ਵਿੱਚ ਸਾਰੀ ਰਸਮਾਂ ਦੀ ਸਮਾਪਤੀ ਜਿਹੜੀ ਆ ਉਹ ਕਰ ਦਿੰਦੇ ਆ। ਅਤੇ ਡਾਕਟਰ ਕਰਨਜੀਤ ਕਹਿੰਦਾ ਹੈ ਕਿ ਰਸਮਾਂ ਰੀਤਾਂ ਦੇ ਮਹੱਤਵ ਨੂੰ ਪ੍ਰਗਟ ਕਰਦਿਆਂ ਉਹ ਕਹਿੰਦਾ ਹੈ ਕਿ ਇਹ ਲੋਕਾਂ ਦੀਆਂ ਭਾਵਨਾਵਾਂ, ਵਿਸ਼ਵਾਸਾਂ, ਕਾਮਨਾਵਾਂ ਅਤੇ ਜੀਵਨ ਪੱਧਰ ਦਾ ਗਿਆਨ ਦਿੰਦੀਆਂ। ਕਈ ਰੀਤਾਂ ਜਿਹੜੀਆਂ ਉਹ ਸਮਾਜ ਦਾ ਵਿਕਾਸ ਕਰਨ ਵਿੱਚ ਵੀ ਸਹਾਈ ਹੁੰਦੀਆਂ, ਪਰ ਬਹੁਤੀਆਂ ਵਿਕਾਸ ਦੇ ਪਹੀਏ ਨੂੰ ਰੋਕਦੀਆਂ ਵੀ ਹੈ। ਇਸ ਕਰਕੇ ਸਮਾਜ ਸੁਧਾਰਕ ਹਮੇਸ਼ਾ ਫਜ਼ੂਲ ਰਸਮਾਂ ਰੀਤਾਂ ਦਾ ਖੰਡਨ ਕਰਦੇ ਆਏ ਅਤੇ ਉਸੇ ਖੰਡਨ ਕਰਨ ਦਾ ਨਤੀਜਾ ਹੀ ਹੈ ਕਿ ਲੋਕ ਹੁਣ ਵਾਜਬ ਜੀਆਂ ਰਸਮਾਂ ਜਿਹੜੀਆਂ ਉਹ ਕਰ ਲੈਂਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਵਿਸ਼ਵਾਸ ਅਤੇ ਵਹਿਮ। ਜੇ ਵਿਸ਼ਵਾਸ ਅਤੇ ਵਹਿਮ ਜਾਂ ਭਰਮ ਬਾਰੇ ਗੱਲ ਕਰਦਿਆਂ ਲੇਖਕ ਕਹਿੰਦਾ ਹੈ ਕਿ ਉਹ ਇੱਕ ਮਾਨਸਿਕ ਅਵਸਥਾ ਹੈ। ਹਾਂ, ਆਪਾਂ ਗੱਲ ਕਰ ਰਹੇ ਸੀ ਵਿਸ਼ਵਾਸ ਅਤੇ ਵਹਿਮ ਦੀ। ਜੇ ਮੈਂ ਗੱਲ ਕੀਤੀ ਸੀ ਕਿ ਲੇਖਕ ਕਹਿੰਦਾ ਹੈ ਕਿ ਇੱਕ ਮਾਨਸਿਕ ਅਵਸਥਾ ਹੈ ਜਿਹਦੇ ਅਧੀਨ ਮਨੁੱਖੀ ਯਥਾਰਥ ਸੰਬੰਧੀ ਆਪਣੇ ਅਨੁਭਵਾਂ ਨੂੰ ਪ੍ਰਵਾਨ ਕਰਦਾ ਹੋਇਆ ਉਹਨਾਂ ਦੇ ਮਹੱਤਵਪੂਰਨ ਹੋਣ ਦੀ ਪੁਸ਼ਟੀ ਕਰਦਾ ਹੈ। ਮਨੁੱਖ ਸਮਾਜਿਕ ਵਾਤਾਵਰਨ ਵਿੱਚ ਜੀਵਨ ਗੁਜ਼ਾਰਾ ਕਰਦਾ, ਯਾਨੀ ਵਿਸ਼ਵਾਸ ਅਤੇ ਵਹਿਮ ਜਿਹੜੀ ਚੀਜ਼ ਨੂੰ ਬਹੁਤੇ ਲੋਕ ਜਿਹੜੇ ਆ ਉਹ ਮੰਨਦੇ ਆ, ਉਹਨੂੰ ਪ੍ਰਵਾਨਗੀ ਦਿੰਦੇ ਆ, ਉਹਨੂੰ ਅਸੀਂ ਵਿਸ਼ਵਾਸ ਕਹਿ ਦਿੰਦੇ ਹਾਂ। ਅਤੇ ਜਿਹਨੂੰ ਬਹੁਤੇ ਲੋਕ ਪ੍ਰਵਾਨਗੀ ਨਹੀਂ ਦਿੰਦੇ, ਉਹ ਇੱਕ ਤਰ੍ਹਾਂ ਦਾ ਇੱਕ ਵਹਿਮ ਜਿਹੜਾ ਉਹ ਹੁੰਦਾ। ਇਹਦੇ ਬਾਰੇ ਵਿਸ਼ਵਾਸ ਅਤੇ ਵਹਿਮ ਇੱਕੋ ਸਿੱਕੇ ਦੇ ਦੋ ਪਾਸੇ ਵੀ ਮੰਨੇ ਜਾਂਦੇ ਆ ਜੋ ਸਾਨੂੰ ਪਰੰਪਰਾ ਤੋਂ ਪ੍ਰਾਪਤ ਹੁੰਦਾ ਹੈ। ਅਤੇ ਵਹਿਮ ਉਹ ਵਿਸ਼ਵਾਸ ਦੇ ਵਿਚਾਰ ਹੁੰਦੇ ਆ ਜਿਨ੍ਹਾਂ ਨੂੰ ਦੂਜੇ ਮੰਨਦੇ ਆ, ਪਰ ਸਾਡੇ ਵਿਸ਼ਵਾਸਾਂ ਅਤੇ ਵਿਹਾਰਾਂ ਤੋਂ ਵੱਖਰੇ ਹੈ। ਇਸ ਕਰਕੇ ਉਹ ਵਿਸ਼ਵਾਸ, ਆਦਤਾਂ, ਕਲਪਨਾਵਾਂ ਅਤੇ ਪਰੰਪਰਾਵਾਂ ਜਿਨ੍ਹਾਂ ਦੇ ਪਿੱਛੇ ਸੰਸਾਰ, ਮਨੁੱਖੀ ਜੀਵਨ, ਲੋੜਾਂ ਅਤੇ ਕਰਤੱਵਾਂ ਸੰਬੰਧੀ ਕੋਈ ਸਾਰਥਕ ਆਧਾਰ ਨਹੀਂ ਹੁੰਦਾ, ਉਹਨਾਂ ਨੂੰ ਅਸੀਂ ਵਹਿਮ ਕਹਿ ਦਿੰਦੇ ਹਾਂ। ਇਹਨਾਂ ਦਾ ਬਹੁਤਾ ਹਿੱਸਾ ਸਾਨੂੰ ਆਪਣੀ ਵਿਰਾਸਤ 'ਚੋਂ ਪ੍ਰਾਪਤ ਹੁੰਦਾ ਹੈ।